विद्यार्थियों, सब तो पहला आप जी नूं सत श्री अकाल। मैं शैलजा कुमारी अज तुहाडे सामने अपनी 10वीं जमात की पाठ पुस्तक ਸਾਹਿਤਮਾਲਾ ਵਿੱਚ ਦਰਜ ਗੁਰਮਤਿ ਕਾਵਿ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾਵਾਂ ਲੈ ਕੇ ਹਾਜ਼ਰ ਹੋਈ ਹਾਂ। ਗੁਰਮਤਿ ਕਾਵਿ ਵਿੱਚ ਸਾਡੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਰਚਨਾਵਾਂ ਸ਼ਾਮਿਲ ਹਨ। ਉਹਨਾਂ ਦਾ ਜਿਹੜੇ ਜੀਵਨ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ, ਉਹਨਾਂ ਦੇ ਜੀਵਨ ਦੇ ਵਿੱਚ ਉੱਤੇ ਚਾਨਣਾ ਪਾਵਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਆਪ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਆਪ ਜੀ ਨੂੰ ਸਾਰਿਆਂ ਨੂੰ ਬੱਚੇ ਇਸ ਬਾਰੇ ਭਰਪੂਰ ਜਾਣਕਾਰੀ ਹੋਵੇਗੀ ਕਿ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੈਗਾ। ਆਪ ਜੀ ਦੇ ਮਾਤਾ ਤ੍ਰਿਪਤਾ ਜੀ ਸਨ ਅਤੇ ਆਪ ਦੇ ਪਿਤਾ ਮਹਿਤਾ ਕਾਲੂ ਜੀ ਉਸ ਸਮੇਂ ਪਟਵਾਰੀ ਸਨ। ਆਪ ਜੀ ਨੇ ਕੇਵਲ ਬਾਣੀ ਹੀ ਨਹੀਂ ਰਚੀ, ਸਗੋਂ ਮਹਾਨ ਸਮਾਜ ਸੁਧਾਰਕ ਵਜੋਂ ਲੋਕ ਚੇਤਨਾ ਜਗਾਈ, ਲੁਕਾਈ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ। ਆਪ ਨੇ 4 ਉਦਾਸੀਆਂ ਵਿੱਚ ਬਹੁਤ ਦੂਰ ਦੂਰ ਤੱਕ ਦੇਸ਼ ਪ੍ਰਦੇਸ਼ ਦੀ ਯਾਤਰਾ ਕੀਤੀ। ਤੁਹਾਨੂੰ ਸਾਰਿਆਂ ਨੂੰ ਬੱਚੇ ਜਾਣਕਾਰੀ ਹੋਵੇਗੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਉਦਾਸੀਆਂ ਕੀਤੀਆਂ, ਜੋ ਕਿ ਦੂਰ ਦੂਰ ਤੱਕ ਦੇਸ਼ ਪ੍ਰਦੇਸ਼ਾਂ ਦੀ ਯਾਤਰਾ ਵਿੱਚ ਸ਼ਾਮਿਲ ਹੈ। ਆਪ ਉਸ ਸਮੇਂ ਦੇ ਹਰ ਧਰਮ ਦੇ ਤੀਰਥ ਸਥਾਨ 'ਤੇ ਗਏ ਅਤੇ ਉੱਥੋਂ ਦੇ ਧਾਰਮਿਕ ਪੈਰੋਕਾਰਾਂ ਨਾਲ ਵਿਚਾਰ ਵਟਾਂਦਰਾ ਗੋਸ਼ਟਾਂ ਕੀਤੀਆਂ। ਆਪ ਸਭ ਮਨੁੱਖਾਂ ਨੂੰ ਬਰਾਬਰ ਸਮਝਦੇ ਸਨ ਅਤੇ ਨੇਕ ਕਰਨੀ ਉੱਤੇ ਜ਼ੋਰ ਦਿੰਦੇ ਸਨ। ਆਪਣੀਆਂ ਰਚਨਾਵਾਂ ਤੋਂ ਬਾਅਦ ਆਪ ਨੇ ਗ੍ਰਸਤੀ ਜੀਵਨ ਬਤੀਤ ਕੀਤਾ। ਇਸ ਸਮੇਂ ਆਪ ਨੇ ਕਰਤਾਰਪੁਰ ਵਿਖੇ ਖੇਤੀਬਾੜੀ ਕਰਕੇ 10 ਨੋਹਾਂ ਦੀ ਕਿਰਤ ਕਰਨ ਦਾ ਰਾਹ ਦੱਸਿਆ। ਆਪ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਪਜੀ ਸਾਹਿਬ ਅਤੇ ਆਸਾ ਦੀ ਵਾਰ ਆਪ ਦੀਆਂ ਸਭ ਤੋਂ ਵੱਧ ਪ੍ਰਸਿੱਧ ਬਾਣੀਆਂ ਹਨ। ਆਪ ਦੀ ਬਾਣੀ ਵਿੱਚ ਫਾਰਸੀ, ਅਰਬੀ, ਹਿੰਦੀ ਅਤੇ ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਬਹੁਤ ਸਾਰੇ ਜਿਹੜੇ ਸ਼ਬਦ ਹੈ ਉਹ ਮਿਲਦੇ ਹਨ। ਆਪ ਜੀ ਦੀ ਬਾਣੀ ਵਿੱਚੋਂ ਕੁਝ ਸ਼ਬਦ ਵਿਦਿਆਰਥੀਆਂ ਦੇ ਪੜ੍ਹਨ ਲਈ ਦਿੱਤੇ ਜਾ ਰਹੇ ਸਨ, ਜੋ ਬੱਚਿਓ ਹੁਣ ਆਪਾਂ ਪੜ੍ਹਾਂਗੇ ਕਿ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਹੜੀ ਹੈ? ਪਵਨ ਗੁਰੂ ਪਾਣੀ ਪਿਤਾ। ਬੱਚਿਓ ਤੁਹਾਨੂੰ ਥੋੜ੍ਹੇ ਬਹੁਤ ਸ਼ਬਦਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜਿਵੇਂ ਪਵਨ ਕਿਸ ਨੂੰ ਕਿਹਾ ਗਿਆ ਹੈ? ਹਵਾ ਨੂੰ। ਮਹੱਤ ਕਿਸ ਨੂੰ ਕਿਹਾ ਗਿਆ ਹੈ? ਵੱਡੀ। ਦਿਵਸ ਦਾ ਅਰਥ ਹੁੰਦਾ ਹੈ ਦਿਨ। ਦੁਈ ਦਾ ਅਰਥ ਹੁੰਦਾ ਹੈ ਦੋਵੇਂ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹੱਤ। ਦਿਵਸ ਰਾਤ ਤੁਈ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਜੇ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਈ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਬੱਚਿਓ ਇਹਦੇ ਵਿੱਚ ਇਹਨਾਂ ਸਤਰਾਂ ਵਿੱਚ ਗੁਰੂ ਜੀ ਕੀ ਫਰਮਾਉਂਦੇ ਹਨ ਕਿ ਪਵਨ ਰੂਪੀ ਸਵਾਸ ਸਰੀਰ ਇਸ ਤਰ੍ਹਾਂ ਹੈਗਾ ਆ ਜਿਸ ਤਰ੍ਹਾਂ ਗੁਰੂ ਜੀਵਾਂ ਦੀ ਆਤਮਾ ਲਈ ਹੈ। ਪਾਣੀ ਸਭ ਜੀਵਾਂ ਦਾ ਬਾਪ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਹੀ ਕਹਿੰਦੇ ਖਿਡਾਵੀ ਅਤੇ ਖਿਡਾਵਾ ਬਣਦੇ ਹਨ ਅਤੇ ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਸੰਸਾਰ ਖੇਡ ਰਿਹਾ ਹੁੰਦਾ ਹੈ। ਅਰਥਾਤ ਸੰਸਾਰ ਦੇ ਸਾਰੇ ਜੀਵ ਰਾਤੀ ਸੌਣ ਵਿੱਚ ਅਤੇ ਦਿਨੇ ਕੰਮਕਾਰ ਵਿੱਚ ਪਰਚੇ ਰਹਿੰਦੇ ਹਨ। ਇਸ ਤਰ੍ਹਾਂ ਸਾਰੇ ਸੰਸਾਰ ਦਾ ਜਿਹੜਾ ਕਾਰ ਵਿਹਾਰ ਹੈਗਾ ਆ ਉਹ ਚੱਲਦਾ ਹੀ ਰਹਿੰਦਾ ਆ। ਅੱਗੇ ਗੁਰੂ ਜੀ ਕੀ ਫਰਮਾਉਂਦੇ ਹਨ ਕਿ ਧਰਮਰਾਜ ਪਰਮਾਤਮਾ ਦੀ ਹਜ਼ੂਰੀ ਵਿੱਚ ਕਹਿੰਦੇ ਹੈ ਕਿ ਸੰਸਾਰ ਦੀ ਰੰਗ ਭੂਮੀ ਉੱਤੇ ਆਪੋ ਆਪਣੀ ਖੇਡਦੇ ਜੀਵਾਂ ਦੁਆਰਾ ਕੀਤੇ ਗਏ ਕੰਮਾਂ ਚੰਗੇ ਅਤੇ
ਮੰਦੇ ਕੰਮਾਂ ਦੀ ਪੜਤਾਲ ਕਰਦਾ ਹੈ ਅਤੇ ਆਪੋ ਆਪਣੇ ਕੀਤੇ ਕੰਮਾਂ ਅਨੁਸਾਰ ਜਿਹੜੇ ਜੀਵ ਹੈ ਉਹ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਦੂਰ ਹੋ ਜਾਂਦੇ ਹਨ। ਕਿ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਉਸ ਦੇ ਨੇੜੇ ਹੋ ਜਾਂਦੇ ਹਨ ਅਤੇ ਜਿਹੜੇ ਨਹੀਂ ਜਪਦੇ ਉਹ ਉਸ ਤੋਂ ਦੂਰ ਹੋ ਜਾਂਦੇ ਹਨ। ਇਸ ਪ੍ਰਕਾਰ ਚੰਗੇ ਕੰਮ ਕਰਨ ਵਾਲੇ ਕਈ ਜੀਵਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ, ਪਰੰਤੂ ਮੰਦੇ ਕੰਮ ਕਰਨ ਵਾਲੇ ਉਸ ਤੋਂ ਦੂਰ ਰਹਿ ਜਾਂਦੇ ਹਨ। ਭਾਵ ਜੇ ਸੰਸਾਰ ਦੀ ਰੰਗ ਭੂਮੀ ਉੱਤੇ ਆਪਣੇ ਖੇਡ ਖੇਡਦਿਆਂ ਜਿਨ੍ਹਾਂ ਵੀ ਜੀਵਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ ਉਹ ਆਪਣੀ ਮਿਹਨਤ ਨੂੰ ਸਫਲ ਕਰ ਗਏ ਹਨ। ਪਰਮਾਤਮਾ ਦੇ ਦਰ 'ਤੇ ਅਜਿਹੇ ਮਨੁੱਖ ਉਜਲੇ ਮੁੱਖ ਵਾਲੇ ਹੁੰਦੇ ਹਨ ਅਤੇ ਕਈ ਹੋਰ ਵੀ ਜੀਵ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ। ਇਸ ਪ੍ਰਕਾਰ ਵਿਦਿਆਰਥੀਓ, ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਹੀ ਆਪਣਾ ਜੀਵਨ ਸਫਲ ਕਰਦਾ ਹੈ ਅਤੇ ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਕਰਕੇ ਜਨਮ ਮਰਨ ਤੋਂ ਮੁਕਤੀ ਪ੍ਰਾਪਤ ਕਰਦਾ ਹੈ। ਹੁਣ ਬੱਚਿਓ, ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਵੇਗੀ। ਹੁਣ ਬੱਚਿਓ, ਇਹਦਾ ਕੇਂਦਰੀ ਭਾਵ ਲਿਖਦੇ ਹਾਂ ਆਪਾਂ ਕਿ ਪਵਨ ਗੁਰੂ ਪਾਣੀ ਪਿਤਾ ਦਾ ਕੇਂਦਰੀ ਭਾਵ ਕੀ ਹੈ ਕਿ ਸੰਸਾਰ ਰੂਪੀ ਰੰਗ ਭੂਮੀ ਉੱਤੇ ਜੀਵ ਆਪੋ ਆਪਣੀ ਖੇਡ ਖੇਡਦੇ ਹਨ ਅਤੇ ਧਰਮ ਰਾਜ ਦੁਆਰਾ ਹਰ ਇੱਕ ਦੇ ਕੰਮਾਂ ਦੀ ਕੀਤੀ ਗਈ ਪੜਤਾਲ ਅਨੁਸਾਰ ਕੋਈ ਪਰਮਾਤਮਾ ਦੇ ਨੇੜੇ ਰਹਿੰਦਾ ਹੈ ਅਤੇ ਕੋਈ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ ਹੈ ਉਹ ਆਪਣੀ ਮਿਹਨਤ ਸਫਲੀ ਕਰ ਜਾਂਦੇ ਹਨ ਅਤੇ ਕਈ ਹੋਰ ਜੀਵਾਂ ਨੂੰ ਠੀਕ ਰਾਹ ਉੱਤੇ ਪਾਉਂਦੇ ਹੋਏ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੁੰਦੇ ਹਨ। ਅੱਗੇ ਵਿਦਿਆਰਥੀਓ, ਗੁਰੂ ਜੀ ਦੀ ਦੂਜੀ ਰਚਨਾ ਹੈ ਸੋ ਕਿਉ ਮੰਦਾ ਆਖੀਏ। ਇਸ ਬਾਣੀ ਵਿੱਚ ਗੁਰੂ ਜੀ ਨੇ ਮਨੁੱਖੀ ਜੀਵਨ ਦੇ ਜਨਮ ਅਤੇ ਮਰਨ ਦਾ ਇਸਤਰੀ ਨਾਲ ਜੋ ਸੰਬੰਧ ਹੈ ਉਸ ਬਾਰੇ ਗੱਲਬਾਤ ਕੀਤੀ ਹੈ ਕਿ ਕੇਵਲ ਪਰਮਾਤਮਾ ਨੂੰ ਛੱਡ ਕੇ ਸੰਸਾਰ ਦੇ ਜਿੰਨੇ ਵੀ ਜੀਵ ਹਨ, ਮਨੁੱਖ ਹਨ, ਉਹਨਾਂ ਦਾ ਜਨਮ ਇਸਤਰੀ ਤੋਂ ਹੁੰਦਾ ਹੈ। ਭਾਵੇਂ ਉਹ ਰਾਜਾ ਹੋਵੇ, ਭਾਵੇਂ ਰੰਕ ਹੋਵੇ, ਕੋਈ ਵੀ ਹੋਵੇ, ਉਹ ਸਾਰਿਆਂ ਦਾ ਜਨਮ ਇਸਤਰੀ ਤੋਂ ਹੀ ਹੁੰਦਾ ਹੈ। ਇਸ ਕਰਕੇ ਇਸਤਰੀ ਨੂੰ ਕਦੇ ਵੀ ਮਾੜਾ ਨਹੀਂ ਬੋਲਣਾ ਚਾਹੀਦਾ। ਆਓ ਬੱਚਿਓ, ਆਪਾਂ ਸ਼ੁਰੂ ਕਰਦੇ ਹਾਂ। ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗੋ ਵਿਆਹ। ਭੰਡ ਬੱਚੇ ਇਸ ਵਿੱਚ ਇਸਤਰੀ ਨੂੰ ਕਿਹਾ ਗਿਆ ਹੈ। ਭੰਡ ਤੋਂ ਭਾਵ ਹੈ ਇਸਤਰੀ। ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗੋ ਵਿਆਹ। ਭੰਡੋ ਹੋਵੇ ਦੋਸਤੀ ਭੰਡ ਚੱਲੇ ਰਾਹ। ਭੰਡ ਮੁਆ ਭੰਡ ਭਾਲੀਏ ਭੰਡ ਹੋਵੇ ਬੰਧਾਨ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਭੰਡੋ ਹੀ ਭੰਡ ਉਪਜੇ ਭੰਡੋ ਬਾਜ ਨ ਕੋਈ। ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਈ। ਜਿਤ ਮੁਖ ਸਦਾ ਸਲਾਹੀਏ ਭਾਗਾ ਰੱਤੀ ਚਾਰ। ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਇਸ ਵਿੱਚ ਬੱਚਿਓ ਗੁਰੂ ਜੀ ਨੇ ਕੀ ਫਰਮਾਇਆ ਹੈ ਕਿ ਮਨੁੱਖੀ ਜੀਵ ਇਸਤਰੀ ਤੋਂ ਜਨਮ ਲੈਂਦਾ ਹੈ ਅਤੇ ਇਸਤਰੀ ਦੇ ਪੇਟ ਵਿੱਚ ਹੀ ਉਸਦਾ ਸਰੀਰ ਬਣਦਾ ਹੈ। ਉਸਦੇ ਸਾਰੇ ਅੰਗ ਜਿਹੜੇ ਹਨ ਉਹ ਬਣਦੇ ਹਨ। ਇਸਤਰੀ ਨਾਲ ਹੀ ਉਸਦੀ ਕੁੜਮਾਈ ਅਤੇ ਵਿਆਹ ਹੁੰਦਾ ਹੈ। ਇਸਤਰੀ ਦੇ ਰਾਹੀਂ ਹੀ ਜੀਵ ਦਾ ਜਿਹੜਾ ਹੋਰਨਾਂ ਲੋਕਾਂ ਦੇ ਨਾਲ ਸੰਬੰਧ ਪੈਦਾ ਹੁੰਦਾ ਹੈ ਕਿ ਜਿਉਂ-ਜਿਉਂ ਇਨਸਾਨ ਵੱਡਾ ਹੁੰਦਾ ਹੈ ਉਹ ਹੋਰ ਵੀ ਰਿਸ਼ਤੇਦਾਰੀਆਂ ਵਿੱਚ ਪੈਂਦਾ ਹੈ। ਵਿਆਹ ਤੋਂ ਬਾਅਦ ਕਈ ਰਿਸ਼ਤੇ ਉਹਦੇ ਨਾਲ ਜੁੜ ਜਾਂਦੇ ਹਨ। ਇਹ ਕਿਸ ਦੇ ਨਾਲ ਹੁੰਦੇ ਹਨ? ਇੱਕ ਇਸਤਰੀ ਦੇ ਹੀ ਦੁਆਰਾ ਉਸ ਦਾ ਲੋਕਾਂ ਦੇ ਨਾਲ ਸੰਬੰਧ ਪੈਦਾ ਹੋ ਜਾਂਦਾ ਹੈ। ਇਸਤਰੀ ਦੇ ਰਾਹੀਂ ਹੀ ਸੰਸਾਰ ਦੀ ਉਤਪਤੀ ਦਾ ਰਾਹ ਚੱਲਦਾ ਹੈ। ਜੇਕਰ ਕਹਿੰਦੇ ਸੰਸਾਰ ਵਿੱਚ ਇਸਤਰੀ ਹੀ ਨਹੀਂ ਰਹੇਗੀ, ਇਸਤਰੀ ਹੀ ਮਰ ਜਾਵੇਗੀ, ਤਾਂ ਮਨੁੱਖ ਹੋਰ ਇਸਤਰੀ ਦੀ ਕਹਿੰਦੇ ਭਾਲ ਕਰਦਾ ਆ ਅਤੇ ਇਸਤਰੀ ਤੋਂ ਹੀ ਉਸ ਦੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ ਕਿ ਕਿਸੇ ਵੀ ਜੀਵ ਦਾ, ਮਨੁੱਖ ਦਾ ਇਸ ਸੰਸਾਰ ਵਿੱਚ ਇਸਤਰੀ ਤੋਂ ਬਿਨਾਂ ਗੁਜ਼ਾਰਾ ਨਹੀਂ। ਜਿਸ ਇਸਤਰੀ ਜਾਤੀ ਤੋਂ
ਰਾਜੇ ਵੀ ਜਨਮ ਲੈਂਦੇ ਹਨ ਅਤੇ ਬਹੁਤ ਸਾਰੇ ਮਹਾਂਪੁਰਸ਼ ਜਨਮ ਲੈਂਦੇ ਹਨ, ਉਸ ਇਸਤਰੀ ਨੂੰ ਕਦੇ ਵੀ ਬੁਰਾ ਜਾਂ ਨੀਵਾਂ ਆਖਣਾ ਠੀਕ ਨਹੀਂ ਮੰਨਿਆ ਗਿਆ। ਇਸਤਰੀ ਦਾ ਦਰਜਾ ਸਮੁੱਚੇ ਸੰਸਾਰ ਵਿੱਚ ਮਨੁੱਖੀ ਜੀਵਨ ਵਿੱਚੋਂ ਸਭ ਤੋਂ ਜ਼ਿਆਦਾ ਬੱਚੇ ਉੱਚਾ ਮੰਨਿਆ ਗਿਆ ਹੈ। ਇਸ ਲਈ ਇਸਤਰੀ ਨੂੰ ਹਮੇਸ਼ਾ ਪਿਆਰ ਸਤਿਕਾਰ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ, ਕਦੇ ਵੀ ਉਸ ਦਾ ਤਿਰਸਕਾਰ ਨਹੀਂ ਕਰਨਾ ਚਾਹੀਦਾ। ਅੱਗੇ ਬੱਚਿਓ, ਇਸ ਰਚਨਾ ਦਾ ਸੋ ਕਿਉ ਮੰਦਾ ਆਖੀਏ ਬਾਣੀ ਜੋ ਗੁਰੂ ਜੀ ਦੁਆਰਾ ਲਿਖੀ ਗਈ ਹੈ, ਇਸ ਦਾ ਕੇਂਦਰੀ ਭਾਵ ਅਸੀਂ ਦੇਖਾਂਗੇ। ਕੀ ਹੈ ਇਹਦਾ ਕੇਂਦਰੀ ਭਾਵ? ਕਿ ਮਨੁੱਖੀ ਜੀਵਨ ਦਾ ਜਨਮ ਤੋਂ ਮਰਨ ਤੱਕ ਹਰ ਪੜਾਅ, ਜਿੰਨਾ ਵੀ ਪੜਾਅ ਹੈਗਾ ਆ, ਜੋ ਵੀ ਉਹਦਾ ਜੀਵਨ ਹੈ, ਉਹ ਸਾਰਾ ਕਿਸ ਨਾਲ ਜੁੜਿਆ ਹੋਇਆ ਹੈ? ਇਸਤਰੀ ਨਾਲ ਜੁੜਿਆ ਹੋਇਆ ਹੈ। ਇਸਤਰੀ ਤੋਂ ਬਾਹਰ ਕੇਵਲ ਪਰਮਾਤਮਾ ਹੀ ਹੈ, ਮਨੁੱਖ ਨਹੀਂ। ਕਿ ਇਸ ਸੰਸਾਰ ਵਿੱਚ ਜਿਹੜਾ ਵੀ ਜੀਵ ਜੰਤੂ ਜਨਮ ਲੈਂਦਾ ਹੈ, ਉਸ ਦਾ ਸੰਬੰਧ ਇਸਤਰੀ ਨਾਲ ਹੈਗਾ ਆ। ਰਾਜੇ ਵੀ ਉਸ ਤੋਂ ਜਨਮ ਲੈਂਦੇ ਹਨ। ਇਸ ਕਰਕੇ ਇਸਤਰੀ ਨੂੰ ਕਦੇ ਵੀ ਮੰਦਾ ਬੋਲ ਨਹੀਂ ਬੋਲਣਾ ਚਾਹੀਦਾ, ਹਮੇਸ਼ਾ ਉਸਨੂੰ ਸਤਿਕਾਰ ਦੀ ਨਜ਼ਰ ਦੇ ਨਾਲ ਦੇਖਣਾ ਚਾਹੀਦਾ ਹੈ। ਅੱਗੇ ਵੱਧਦੇ ਹਾਂ ਬੱਚਿਓ, ਹੁਣ ਆਪਾਂ ਗੁਰੂ ਜੀ ਦੀ ਤੀਸਰੀ ਬਾਣੀ ਇਸ ਵਿੱਚ ਹੈਗੀ ਹੈ ਗਗਨ ਮੈਂ ਥਾਲ। ਇਸ ਨੂੰ ਬੱਚਿਓ ਤੁਸੀਂ ਬੜੇ ਹੀ ਪਿਆਰ ਦੇ ਨਾਲ ਬੋਲ ਕਰ ਗਾ ਕੇ ਇਸ ਨੂੰ ਅਰਦਾਸ ਵਾਂਗ ਪੜ੍ਹ ਸਕਦੇ ਹੋ। ਇਸ ਵਿੱਚ ਪ੍ਰਭੂ ਦੀ ਆਰਤੀ ਬਹੁਤ ਹੀ ਵਧੀਆ ਕੁਦਰਤੀ ਤਰੀਕੇ ਨਾਲ ਕੀਤੀ ਗਈ ਹੈ। ਪ੍ਰਭੂ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਜੁਟੀ ਹੋਈ ਸਾਰੀ ਕੁਦਰਤ ਬਹੁਤ ਹੀ ਜ਼ਿਆਦਾ ਸੋਹਣੀ ਮਨਮੋਹਣੀ ਲੱਗਦੀ ਹੈ। ਇਸ ਵਿੱਚ ਕਿਹਾ ਗਿਆ ਆ ਕਿ ਜੀ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਕੇ ਉਹ ਆਪਣੇ ਆਪ ਨੂੰ ਸਾਰੇ ਵਿਕਾਰਾਂ ਤੋਂ ਦੂਰ ਕਰ ਲੈਂਦਾ ਹੈ। ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾਂਦੀ ਪ੍ਰਭੂ ਦੀ ਆਰਤੀ ਨੂੰ ਇੱਕ ਫੋਟ ਕਰਮ ਕਰਾਰ ਦਿੰਦੇ ਹੋਏ ਇਸ ਵਿੱਚ ਕਿਹਾ ਆ ਕਿ ਸਾਰੀ ਕੁਦਰਤ ਹਰ ਸਮੇਂ ਸਰਗੁਣ ਅਤੇ ਨਿਰਗੁਣ ਸਰੂਪ ਵਾਲੇ ਪ੍ਰਭੂ ਦੀ ਆਰਤੀ ਉਤਾਰਨ ਵਿੱਚ ਜੁਟੀ ਹੋਈ ਹੈ। ਤਾਂ ਚਲੋ ਬੱਚੋ, ਆਪਾਂ ਤੀਸਰੀ ਬਾਣੀ ਜਿਹੜੀ ਗੁਰੂ ਜੀ ਦੀ ਹੈ ਗगन में थाल, ਉਹ ਸ਼ੁਰੂ ਕਰਦੇ ਹਾਂ। गगन में थाल रव चंद दीपक बने, तारिका मंडल जनक मोती, तूप मल्यानलो पवन चवरो, करे सगल बन राय फुलंत ज्योति, कैसी आरती होए पवखंडना, तेरी आरती अनहता शब्द वांजत पेरी, रहाओ सहस तव नैन नन नैन है तो कहो, सहस मूरत नैना एक तो ही, सहस पद बिमल नन एक पद गंध बिन, सहस तव गंध इव चलत मोही। ਬੱਚੋ ਇਹਦੇ ਵਿੱਚ ਗगन में थाल ਤੋਂ ਭਾਵ ਕੀ ਹੈ? ਅਸਮਾਨ ਰੂਪੀ ਥਾਲ। ਕਿ ਅਸਮਾਨ ਨੂੰ ਇੱਕ ਥਾਲ ਦੇ ਬਰਾਬਰ ਮੰਨਿਆ ਗਿਆ ਹੈ। ਅੱਗੇ ਹੈ ਰਵ ਚੰਦ ਦੀਪਕ ਤੋਂ ਭਾਵ ਹੈਗਾ ਆ ਸੂਰਜ ਦੇ ਚੰਦ ਰੂਪੀ ਦੀਵੇ। ਤਾਰਿਕਾ ਮੰਡਲ ਤੋਂ ਭਾਵ ਹੈ ਇਹਦੇ ਵਿੱਚ ਤਾਰਾ ਮੰਡਲ। ਜਨਕ ਤੋਂ ਭਾਵ ਹੁੰਦਾ ਹੈ ਮਾਨੋ, ਕਿ ਮੰਨ ਲਵੋ। ਮਲਿਆਲੋ ਦਾ ਅਰਥ ਹੁੰਦਾ ਹੈ ਮਲੇ ਪਰਬਤ ਤੋਂ ਆਉਣ ਵਾਲੀ ਜਿਹੜੀ ਸੁਗੰਧਿਤ ਹਵਾ ਹੈ, ਉਸਨੂੰ ਕਿਹਾ ਗਿਆ ਹੈ। ਸਗਲ ਤੋਂ ਭਾਵ ਹੁੰਦਾ ਹੈ ਸਗਲ ਬਣਰਾਏ ਤੋਂ ਭਾਵ ਹੈ ਸਾਰੀ ਬਨਸਪਤੀ। ਫੁਲੰਤ ਤੋਂ ਭਾਵ ਹੁੰਦਾ ਹੈ ਬੱਚਿਓ ਫੁੱਲਾਂ ਦੀ। ਇਸ ਵਿੱਚ ਗੁਰੂ ਜੀ ਨੇ ਕੀ ਫਰਮਾਇਆ ਹੈ ਕਿ ਆਕਾਸ਼ ਰੂਪੀ ਥਾਲ ਵਿੱਚ ਸੂਰਜ ਅਤੇ ਚੰਦ ਦੀਪਕ ਬਣ ਕੇ ਜਗ ਰਹੇ ਹਨ ਅਤੇ ਤਾਰਾ ਮੰਡਲ ਮਾਨੋ ਮੋਤੀ ਹਨ। ਅੱਗੇ ਮਲੇ ਪਰਬਤ ਦੇ ਚੰਦਨ ਦੇ ਖੁਸ਼ਬੂਦਾਰ ਰੁੱਖਾਂ ਵਿੱਚੋਂ ਲੰਘ ਕੇ ਆਉਣ ਵਾਲੀ ਜਿਹੜੀ ਪੌਣ ਹੈਗੀ ਹੈ, ਅਰਥਾਤ ਜਿਹੜੀ ਹਵਾ ਹੈ ਧੂਫ ਦੇ ਰਹੀ ਹੈ ਅਤੇ ਇਹ ਚਲਦੀ ਹੋਈ ਪੌਣ ਚਵਰ ਕਰ ਰਹੀ ਹੈ। ਸਾਰੀ ਬਨਸਪਤੀ ਫੁੱਲਾਂ ਭੇਟ ਕਰ ਰਹੀ ਹੈ।
ਉਸ ਪਰਮਾਤਮਾ ਦੀ ਆਰਤੀ ਵਾਸਤੇ ਬਨਸਪਤੀ ਫੁੱਲਾਂ ਦੀ ਭੇਂਟਾ ਕਰ ਰਹੇ ਹਨ। ਕੈਸੀ ਆਰਤੀ ਹੋ ਰਹੀ ਹੈ हे ਪ੍ਰਭੂ। ਗੁਰੂ ਜੀ ਕਹਿੰਦੇ ਹਨ ਕਿ हे ਪ੍ਰਭੂ, ਤੇਰੀ ਆਰਤੀ ਕਿੰਨੀ ਹੀ ਅਚਰਜ ਹੈ, ਕਿੰਨੀ ਹੀ ਹੈਰਾਨੀ ਚਰਜ ਹੈਗੀ ਹੈ। ਸਾਰੇ ਜੀਵਾਂ ਵਿੱਚ ਰੁਮਕ ਰਹੀ ਇੱਕ ਰਸ ਜੀਵਨ ਰੋ ਮਾਣੋ ਨਗਾਰੇ ਵੱਜ ਰਹੇ ਹਨ। ਇਸ ਪ੍ਰਕਾਰ हे ਪ੍ਰਭੂ, ਸਾਰੀ ਆਰਤੀ ਹੀ ਤੇਰੀ ਕੁਦਰਤ ਦੇ ਦੁਆਰਾ ਕੀਤੀ ਗਈ ਹੈ। ਸਾਰੀ ਕੁਦਰਤ ਹੀ ਤੇਰੀ ਆਰਤੀ ਉਤਾਰਨ ਦੇ ਕਾਰਜ ਵਿੱਚ ਜੁਟੀ ਹੋਈ ਹੈ। ਅੱਗੇ ਉਹਨਾਂ ਨੇ ਕਿਹਾ ਹੈ ਕਿ ਸਾਰੇ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਇਸ ਸਰਗੁਣ ਸਰੂਪ ਵਿੱਚ ਤੇਰੀਆਂ ਹਜ਼ਾਰ ਹੀ ਅੱਖਾਂ ਹਨ, ਪਰ ਨਿਰੰਕਾਰ ਸਰੂਪ ਵਿੱਚ ਤੇਰੀ ਕੋਈ ਵੀ ਅੱਖ ਨਹੀਂ। ਇਸੇ ਪ੍ਰਕਾਰ ਹੀ ਤੇਰੇ ਸਰਗੁਣ ਸਰੂਪ ਦੀਆਂ ਹਜ਼ਾਰਾਂ ਮੂਰਤਾਂ ਹਨ, ਪਰ ਨਿਰੰਕਾਰ ਅਵਸਥਾ ਵਿੱਚ ਤੇਰੀ ਕੋਈ ਵੀ ਮੂਰਤ ਨਹੀਂ ਹੈ। ਤੇਰੇ ਸਰਗੁਣ ਸਰੂਪ ਦੇ ਹਜ਼ਾਰਾਂ ਨਿਰਮਲ ਪੈਰ ਹਨ, ਪਰ ਨਿਰੰਕਾਰ ਸਰੂਪ ਦਾ ਕੋਈ ਵੀ ਪੈਰ ਨਹੀਂ ਹੈ। ਨਿਰੰਕਾਰ ਸਰੂਪ ਵਿੱਚ ਤੂੰ ਗੰਧ ਦਾ ਅਨੁਭਵ ਕਰਨ ਵਾਲੀਆਂ ਨਾਸਾਂ ਤੋਂ ਕਹਿੰਦੇ ਬਿਨਾਂ ਹੈਗਾ, ਪਰ ਸਰਗੁਣ ਸਰੂਪ ਵਿੱਚ ਤੇਰੀਆਂ ਹਜ਼ਾਰਾਂ ਹੀ ਨਾਸਾਂ ਹਨ। ਅਜਿਹੇ ਕੌਤਕਾਂ ਨਾਲ हे ਪ੍ਰਭੂ, ਤੂੰ ਸਭ ਨੂੰ ਮੋਹਿਆ ਹੋਇਆ ਹੈ, ਸਭ ਨੂੰ ਆਕਰਸ਼ਿਤ ਕੀਤਾ ਹੋਇਆ ਹੈ ਤੇ ਇਸ ਮੋਹ ਦੀ ਬੰਨੀ ਹੋਈ ਸਾਰੀ ਕੁਦਰਤ ਤੇਰੀ ਆਰਤੀ ਉਤਾਰਨ ਵਿੱਚ ਆਹਾਰ ਵਿੱਚ ਜੁਟੀ ਹੋਈ ਹੈ ਕਿ ਤੇਰੀ ਆਰਤੀ ਗਾਉਣ ਦੇ ਵਿੱਚ ਮਸਤ ਹੋਈ ਪਈ ਹੈ। ਅੱਗੇ ਹੈ ਬੱਚਿਓ, ਸਭ ਮੈਂ ਜੋਤ ਜੋਤ ਹੈ ਸੋਈ, ਤਿਸਕੇ ਚਾਨਣ ਸਭ ਮੈਂ ਚਾਨਣ ਹੋਈ। ਗੁਰ ਸਾਖੀ ਜੋਤ ਪ੍ਰਗਟ ਹੋਈ, ਜੋ ਤਿਸ ਪਾਵੇ ਸੋ ਆਰਤੀ ਹੋਈ। ਹਰ ਚਰਨ ਕਮਲ ਮਕਰੰਤ ਲੋਭਿਤ, ਮਨੋ ਅਨ ਦੀਨੋ ਮੋਹੀ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ, ਕਉ ਹੋਏ ਜਾ ਤੇ ਤੇਰੇ ਨਾਮ ਵਾਸਾ। ਇਸ ਵਿੱਚ ਬੱਚੋ ਗੁਰੂ ਜੀ ਕੀ ਫਰਮਾਉਂਦੇ ਹਨ ਕਿ हे ਪ੍ਰਭੂ, ਸਾਰੇ ਜੀਵਾਂ ਵਿੱਚ ਤੇਰੀ ਜੋਤ ਹੈ। ਤੇਰੀ ਜੋਤ ਦਾ ਚਾਨਣ ਸਾਰਿਆਂ ਵਿੱਚ ਹੈਗਾ ਆ। ਗੁਰੂ ਦੀ ਸਿੱਖਿਆ ਨਾਲ ਹਿਰਦੇ ਵਿੱਚ ਤੇਰੀ ਜੋਤ ਪ੍ਰਗਟ ਹੁੰਦੀ ਹੈ ਤੇ ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ ਕਿ ਜੋ ਵੀ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਉਹ ਪ੍ਰਭੂ ਦੇ ਦੁਆਰਾ ਜਿਹੜੀ ਹਿਰਦੇ ਵਿੱਚ ਜੋਤ ਪ੍ਰਗਟ ਹੋਈ ਹੈ ਉਸ ਦੇ ਦੁਆਰਾ ਗਿਆਨ ਪ੍ਰਾਪਤ ਹੁੰਦਾ ਹੈ ਕਿ हे ਪ੍ਰਭੂ, ਜਦੋਂ ਜੀਵ ਆਪਣੇ ਅੰਦਰ ਤੇਰੀ ਜੋਤ ਦਾ ਅਨੁਭਵ ਕਰਦਾ ਹੈ ਤਾਂ ਉਸ ਨੂੰ ਤੇਰੇ ਭਾਣੇ ਦਾ ਗਿਆਨ ਹੁੰਦਾ ਆ ਕਿ ਜਿਉਂ ਆਪਣੇ ਅੰਦਰ ਜੋਤ ਨੂੰ ਮਹਿਸੂਸ ਕਰਦਾ ਆ ਉਹ ਰੱਬ ਦੇ ਭਾਣੇ ਦਾ ਜੀਵ ਨੂੰ ਗਿਆਨ ਹੁੰਦਾ ਆ ਤੇ ਉਸ ਦਾ ਤੇਰੇ ਭਾਣੇ ਵਿੱਚ ਤੁਰਨਾ ਹੀ ਤੇਰੀ ਆਰਤੀ ਮੰਨਿਆ ਗਿਆ ਹੈ, ਤੇਰੀ ਆਰਤੀ ਉਤਾਰਨਾ ਦੱਸਿਆ ਗਿਆ ਹੈ ਕਿ हे ਪ੍ਰਭੂ, ਇਸ ਪ੍ਰਕਾਰ ਭਾਣੇ ਵਿੱਚ ਤੁਰਦਾ ਜੀਵ ਸਾਰੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਤੇਰੀ ਆਰਤੀ ਵਿੱਚ ਸ਼ਾਮਿਲ ਹੋ ਜਾਂਦਾ ਹੈ। ਪਰੰਤੂ हे ਪ੍ਰਭੂ, ਤੇਰੇ ਇਸ ਭਾਣੇ ਦਾ ਗਿਆਨ ਦੇਣ ਵਾਲੀ ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਲਈ ਤੇਰੀ ਕਿਰਪਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸੇ ਮੰਤਵ ਦੀ ਪ੍ਰਾਪਤੀ ਲਈ ਤੇਰੇ ਚਰਨ ਕਮਲਾਂ ਦੇ ਰਸ ਉੱਪਰ ਮੇਰੇ ਮਨ ਦਾ ਭੌਰਾ ਲੋਭਿਤ ਹੋ ਰਿਹਾ ਹੈ ਅਤੇ ਉਸ ਨੂੰ ਰਾਤ ਦਿਨ ਇਸ ਨੂੰ ਚੂਸਣ ਦੀ ਪਿਆਸ ਲੱਗੀ ਹੋਈ ਹੈ। हे ਪ੍ਰਭੂ, ਮੈਨੂੰ ਆਪਣੀ ਕਿਰਪਾ ਨਾਲ ਆਪਣੇ ਨਾਲ ਲਗਾ, ਮੈਨੂੰ ਸੱਚੇ ਗੁਰੂ ਨਾਲ ਤੂੰ ਹੀ ਮਿਲਾ ਸਕਦਾ ਆ। ਸੱਚੇ ਗੁਰੂ ਦੀ ਸਿੱਖਿਆ ਮੈਨੂੰ ਤੇਰੇ ਭਾਣੇ ਪਰਮਾਤਮਾ ਦੇ ਭਾਣੇ ਅੰਦਰ ਤੌਰ 'ਤੇ ਕੁਦਰਤ ਦੁਆਰਾ ਉਤਾਰੀ ਜਾ ਰਹੀ ਤੇਰੀ ਆਰਤੀ ਵਿੱਚ ਸ਼ਾਮਿਲ ਹੋਣ ਦੇ ਯੋਗ ਬਣਾ ਸਕਦੀ ਹੈ ਕਿ ਤੇਰੀ ਕੁਦਰਤੀ ਤੌਰ 'ਤੇ ਹੁੰਦੀ ਆਰਤੀ ਦੁਆਰਾ ਹੀ ਮੈਂ ਸੱਚੇ ਪ੍ਰਭੂ ਦੀ ਜਿਹੜੀ ਪ੍ਰਾਪਤੀ ਹੈ ਉਹ ਕਰ ਸਕਦੀ ਹਾਂ। ਅੱਗੇ ਬੱਚਿਓ, ਤੁਸੀਂ ਇਸ ਕਵਿਤਾ ਦਾ ਕੇਂਦਰੀ ਭਾਵ ਨੋਟ ਕਰੋ। ਗਗਨ ਮੈਂ ਥਾਲ ਬਾਣੀ ਦਾ ਕੇਂਦਰੀ ਭਾਵ ਹੁਣ ਆਪਾਂ ਕਰਾਂਗੇ। ਇਸ ਵਿੱਚ ਕੀ ਕਿਹਾ ਗਿਆ ਹੈ ਕਿ ਸਾਰੀ ਕੁਦਰਤ
ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪ੍ਰਭੂ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਜੁਟੀ ਹੋਈ ਹੈ। ਜੀਵ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਉਸ ਦੀ ਕਿਰਪਾ ਨਾਲ ਪ੍ਰਾਪਤ ਹੋਈ ਗੁਰੂ ਦੀ ਸਿੱਖਿਆ ਅਨੁਸਾਰ ਜਦੋਂ ਸਾਰੇ ਜੀਵਾਂ ਵਿੱਚ ਪ੍ਰਭੂ ਦੀ ਜੋਤ ਨੂੰ ਵਸਤੀ ਅਨੁਭਵ ਕਰਕੇ ਉਸ ਦੇ ਭਾਣੇ ਵਿੱਚ ਚੱਲਦਾ ਆ ਤਾਂ ਉਹ ਵੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਸ਼ਾਮਿਲ ਹੋ ਜਾਂਦਾ ਆ ਕਿ ਜਦੋਂ ਜੀਵ ਨੂੰ ਪ੍ਰਭੂ ਦੀ ਜੋਤ ਨੂੰ ਵਸਤੀ ਅਨੁਭਵ ਕਰਕੇ ਉਸ ਦੇ ਭਾਣੇ ਵਿੱਚ ਚੱਲਦਾ ਆ ਤਾਂ ਉਸ ਨੂੰ ਵੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਉਹ ਆਪਣੇ ਆਪ ਨੂੰ ਸ਼ਾਮਿਲ ਹੋਇਆ ਮਹਿਸੂਸ ਕਰਦਾ ਹੈ। ਉਮੀਦ ਹੈ ਬੱਚਿਓ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਿੰਨੇ ਰਚਨਾਵਾਂ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਹੁਣ ਆਪਾਂ ਇਹਨਾਂ ਰਚਨਾਵਾਂ ਦੇ ਨਾਲ ਲੱਗਦੇ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਹੈ ਉਹ ਕਰਾਂਗੇ। ਉਮੀਦ ਹੈ ਬੱਚਿਓ ਤੁਹਾਨੂੰ ਇਹਨਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਚੰਗੀ ਤਰ੍ਹਾਂ ਆ ਗਏ ਹੋਣਗੇ। ਸਭ ਤੋਂ ਪਹਿਲਾ ਬੱਚਿਓ ਪ੍ਰਸ਼ਨ ਹੈਗਾ ਆ ਕਿ ਜੀਵ ਦੀ ਆਤਮਾ ਲਈ ਗੁਰੂ ਦੀ ਲੋੜ ਕਿੰਨੀ ਜ਼ਰੂਰੀ ਹੈ। ਉਮੀਦ ਹੈ ਤੁਸੀਂ ਆਪਣੇ ਮਨਾਂ ਵਿੱਚ ਸਾਰੇ ਇਸ ਦਾ ਉੱਤਰ ਜਾਣਦੇ ਹੋਵੋਗੇ। ਤਾਂ ਇਹਦਾ ਉੱਤਰ ਹੈ ਜਿੰਨੀ ਸਰੀਰ ਲਈ ਹਵਾ ਦੀ ਲੋੜ ਹੁੰਦੀ ਹੈ ਉਨੀ ਹੀ ਜੀਵਾਂ ਦੀ ਆਤਮਾ ਲਈ ਗੁਰੂ ਦੀ ਲੋੜ ਜ਼ਰੂਰੀ ਹੈ। ਅਗਲਾ ਪ੍ਰਸ਼ਨ ਹੈ ਗੁਰੂ ਜੀ ਨੇ ਪਵਨ ਨੂੰ ਕਿਸ ਦਾ ਰੂਪ ਦੱਸਿਆ ਹੈ। ਉਮੀਦ ਹੈ ਤੁਹਾਨੂੰ ਬੱਚੇ ਸਾਰਿਆਂ ਨੂੰ ਇਸ ਦਾ ਜਵਾਬ ਵੀ ਆਉਂਦਾ ਹੋਵੇਗਾ। ਸੋ ਆਪਾਂ ਦੱਸਦੇ ਹਾਂ ਇਸ ਦਾ ਉੱਤਰ ਹੈ ਗੁਰੂ ਦਾ। ਗੁਰੂ ਜੀ ਨੇ ਪਵਨ ਨੂੰ ਗੁਰੂ ਦਾ ਜਿਹੜਾ ਰੂਪ ਹੈ ਉਹ ਦੱਸਿਆ ਹੈ। ਤੀਸਰਾ ਪ੍ਰਸ਼ਨ ਹੈ ਗੁਰੂ ਜੀ ਨੇ ਪਵਨ ਨੂੰ ਕਿਸ ਦਾ ਰੂਪ ਦੱਸਿਆ ਹੈ। ਇਸ ਦਾ ਉੱਤਰ ਹੈ ਗੁਰੂ ਦਾ। ਚੌਥਾ ਪ੍ਰਸ਼ਨ ਹੈ ਬੱਚਿਓ ਗੁਰੂ ਜੀ ਨੇ ਪਵਨ ਪੌਣ ਹਵਾ ਨੂੰ ਕਿਸ ਦੇ ਬਰਾਬਰ ਮੰਨਿਆ ਹੈ। ਤਾਂ ਇਸ ਦਾ ਉੱਤਰ ਕੀ ਹੈ ਬੱਚਿਓ ਗੁਰੂ ਦੇ, ਕਿ ਗੁਰੂ ਦੇ ਦੁਆਰਾ ਗੁਰੂ ਜੀ ਨੇ ਪਵਨ ਗੁਰੂ ਹਵਾ ਨੂੰ ਉਹਨਾਂ ਦੇ ਬਰਾਬਰ ਗੁਰੂ ਜੀ ਦੇ ਬਰਾਬਰ ਮੰਨਿਆ ਹੈ। ਅਗਲਾ ਸਾਡਾ ਪੰਜਵਾਂ ਪ੍ਰਸ਼ਨ ਹੈ ਬੱਚਿਓ ਸਭ ਜੀਵਾਂ ਦੀ ਵੱਡੀ ਮਾਤਾ ਕੌਣ ਹੈ। ਉਮੀਦ ਹੈ ਤੁਹਾਨੂੰ ਇਸ ਦਾ ਉੱਤਰ ਬਹੁਤ ਵਧੀਆ ਤਰੀਕੇ ਨਾਲ ਚੰਗੀ ਤਰ੍ਹਾਂ ਆ ਗਿਆ ਹੋਵੇਗਾ। ਇਹਦਾ ਉੱਤਰ ਹੈਗਾ ਧਰਤੀ, ਕਿ ਸਾਰੇ ਜੀਵਾਂ ਦੀ ਜਿਹੜੀ ਮਾਤਾ ਹੈ ਉਹ ਕੌਣ ਹੈ ਧਰਤੀ, ਜਿਸ ਨੂੰ ਆਪਾਂ ਧਰਤੀ ਮਾਤਾ ਕਹਿੰਦੇ ਹਾਂ। ਛੇਵਾਂ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਅਨੁਸਾਰ ਕਿਸ ਦੀ ਸਿਫਤ ਨਾਲ ਸੱਚੇ ਦਰਬਾਰ ਵਿੱਚ ਕਦਰ ਪੈਂਦੀ ਹੈ। ਤਾਂ ਇਹਦਾ ਉੱਤਰ ਹੈ ਬੱਚਿਓ ਪਰਮਾਤਮਾ ਦੀ, ਕਿ ਪਰਮਾਤਮਾ ਦੀ ਸਿਫਤ ਨਾਲ ਹੀ ਸੱਚੇ ਦਰਬਾਰ ਵਿੱਚ ਕਦਰ ਪੈਂਦੀ ਹੈ। ਅੱਗੇ ਹੈ ਬੱਚਿਓ ਸੱਤਵਾਂ ਪ੍ਰਸ਼ਨ ਭੰਡ ਸ਼ਬਦ ਦਾ ਕੀ ਅਰਥ ਹੈ, ਜੋ ਕਿ ਬੱਚਿਓ ਆਪਾਂ ਪਿਛਲੀ ਰਚਨਾ ਵਿੱਚ ਕੀਤਾ ਹੈਗਾ ਆ ਸੋ ਕਿਉ ਮੰਦਾ ਆਖੀਏ ਵਿੱਚ, ਕਿ ਭੰਡ ਤੋਂ ਭਾਵ ਕੀ ਹੁੰਦਾ ਹੈ ਇਸਤਰੀ। ਅਗਲਾ ਪ੍ਰਸ਼ਨ ਹੈ ਸੋ ਕਿਉ ਮੰਦਾ ਆਖੀਏ ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ। ਤਾਂ ਵਿਦਿਆਰਥੀਓ ਆਪਾਂ ਦੱਸਾਂਗੇ ਕਿ ਇਸ ਵਿੱਚ ਇਸਤਰੀ ਦੀ ਮਹਾਨਤਾ ਨੂੰ ਦੱਸਿਆ ਗਿਆ ਹੈ। ਅੱਗੇ ਨੌਵਾਂ ਪ੍ਰਸ਼ਨ ਹੈ ਸਾਡਾ ਭਵਖੰਡਨਾ। ਭਵਖੰਡਨਾ ਦੀ ਆਰਤੀ ਵਿੱਚ ਗਗਨ ਕੀ ਹੈਗਾ ਆ। ਉਮੀਦ ਹੈ ਬੱਚੇ ਤੁਹਾਨੂੰ ਇਸ ਦਾ ਉੱਤਰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੋਏਗਾ। ਇਸ ਦਾ ਉੱਤਰ ਹੈ ਥਾਲ, ਕਿ ਭਵਖੰਡਨਾ ਦੀ ਆਰਤੀ ਵਿੱਚ ਗਗਨ ਨੂੰ ਥਾਲ ਦਾ ਰੂਪ ਜਿਹੜਾ ਹੈ ਉਹ ਦਿੱਤਾ ਗਿਆ ਹੈ। ਅਗਲਾ ਪ੍ਰਸ਼ਨ ਹੈ ਬੱਚੋ ਭਵਖੰਡਨਾ ਦੀ ਆਰਤੀ ਵਿੱਚ ਰਵ ਚੰਦ ਕੀ ਹਨ। ਉੱਤਰ ਹੈ ਇਸ ਦਾ ਦੀਪਕ, ਕਿ ਭਵਖੰਡਨਾ ਦੀ ਆਰਤੀ ਵਿੱਚ ਰਵ ਚੰਦ ਜਿਹੜੇ ਹੈ ਉਹ ਦੀਪਕ ਦੇ ਸਮਾਨ ਮੰਨੇ ਗਏ ਹਨ। ਅਗਲਾ ਬੱਚਿਓ ਸਾਡਾ ਪ੍ਰਸ਼ਨ ਹੈਗਾ ਆ ਪਰਮਾਤਮਾ ਦੀ ਸਰਵ ਵਿਆਪਕ ਜੋਤ ਦਾ ਗਿਆਨ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ।
ਉਮੀਦ ਹੈ ਬੱਚਿਓ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਸੌਖੇ ਤਰੀਕੇ ਨਾਲ ਇਸ ਦਾ ਜਵਾਬ ਤੁਹਾਨੂੰ ਆਉਂਦਾ ਹੋਵੇਗਾ। ਤਾਂ ਉੱਤਰ ਕੀ ਹੈ ਇਹਦਾ? ਗੁਰੂ ਜੀ ਦੀ ਸਿੱਖਿਆ ਨਾਲ। ਕਿ ਗੁਰੂ ਜੀ ਦੀ ਸਿੱਖਿਆ ਨਾਲ ਪਰਮਾਤਮਾ ਦੀ ਸਰਵ ਵਿਆਪਕ ਜੋਤ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਗਗਨ ਮੈਂ ਥਾਲ ਸ਼ਬਦ ਵਿੱਚ ਭਵਖੰਡਨਾ ਦੀ ਆਰਤੀ ਕੌਣ ਉਤਾਰ ਰਿਹਾ ਹੈ? ਜੋ ਬੱਚਿਓ ਆਪਾਂ ਅਖੀਰਲੀ ਰਚਨਾ ਜਿਹੜੀ ਗੁਰੂ ਜੀ ਦੀ ਹੈਗੀ ਹੈ ਗਗਨ ਮੈਂ ਥਾਲ ਵਿੱਚ ਬੜੇ ਹੀ ਵਿਸਥਾਰ ਦੇ ਨਾਲ ਪੜ੍ਹਿਆ ਹੈ। ਤਾਂ ਇਸ ਦਾ ਉੱਤਰ ਕੀ ਹੈ ਕਿ ਗਗਨ ਮੈਂ ਥਾਲ ਸ਼ਬਦ ਵਿੱਚ ਭਵਖੰਡਨਾ ਦੀ ਆਰਤੀ ਕੌਣ ਉਤਾਰ ਰਿਹਾ ਹੈ? ਸਾਰੀ ਕੁਦਰਤ। ਜੋ ਬੱਚਿਓ ਉਮੀਦ ਹੈ ਤੁਹਾਨੂੰ ਗੁਰਮਤਿ ਕਾਵਿ ਵਿੱਚ ਦਰਜ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਰਚਨਾਵਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆ ਗਈਆਂ ਹੋਣਗੀਆਂ। ਤਾਂ ਉਮੀਦ ਹੈ ਤੁਸੀਂ ਇਹਨਾਂ ਰਚਨਾਵਾਂ ਨੂੰ ਚੰਗੀ ਤਰ੍ਹਾਂ ਦੁਬਾਰਾ ਪੜ੍ਹ ਕੇ ਸਮਝ ਕੇ ਤੁਸੀਂ ਆਪਣੀ ਕਾਪੀਆਂ ਵਿੱਚ ਇਹਦਾ ਪ੍ਰਸੰਗਸਿਤ ਵਿਆਖਿਆ ਕਰਨੀ ਹੈ, ਕੇਂਦਰੀ ਭਾਵ ਕਰਨਾ ਹੈ ਅਤੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰਨੇ ਹਨ। ਬਹੁਤ ਬਹੁਤ ਧੰਨਵਾਦ।